अगर मेरी एप्लीकेशन जर्मन नैशनैलिटी लिए पुट हुई आ और मेरा उत्तों इंटरव्यू की डेट आ गई और मैं उस दौरानी जॉबलैस होकर बैठ गया तो यदा की बनूगा। यदा यही है कि वो तुहाडा ट्रैक वेखणगे कि तुसीं सिस्टम दे विच पहले काम करते रहे हैं तो थोड़ी देर वास्ते तुसीं शॉर्ट टर्म वास्ते अनएम्पलॉयड होए हैं, लेकिन इस दौरानिए दे विच तुसीं कोशिश कर रहे हैं दोबारा फिर जॉब मार्केट 'च जाण दी। वो कोशिश करन दा प्रूफ की आ कि तुसीं बुंदस एजेंटल फॉर अरबाइट दे नाल राबते दे विच आ। तुसीं उन्हां दे घल्ले होए जिहड़े डॉकूमेंट आ उन्हां दी बुनियाद ते तुसीं इंटरव्यू भी देण जा रहे हैं और तुसीं खुद अपने तौर पर भी जॉब सर्च कर रहे हैं। इस चीज़ नूं वीज़ा ऑफिसर ने वेखना वा कि ये बंदा एक्टिवली जॉब सर्च कर रहा वा, ये घर वेला नहीं बैठा, ਇਹਦਾ काम करन नूं मूड आ, ये घर अपने आप नूं लेजी नहीं करके बैठा, ये वेला स्टेट को पैसे नहीं खा रहा। इस चीज़ नूं वेखदे होए उन्होंने तुहानूं जर्मन नैशनैलिटी की एप्लीकेशन पास कर देनी है कि बंदा अपनी गलती तो नहीं बैठा। उस तो बाद जी तुहाडे रिफ्यूजी स्टेटस नूं भी काउंट करदे है कि नहीं। ਜਦੋਂ ਤੁਸੀਂ ਰਿਫਿਊਜੀ ਸਟੇਟਸ ਤੇ ਹੁੰਦੇ ਹੋ ਔਰ ਤੁਹਾਡੀ ਐਪਲੀਕੇਸ਼ਨ ਹਜੇ ਚੱਲ ਰਹੀ ਹੁੰਦੀ, ਤੁਹਾਡਾ ਕੇਸ ਚੱਲ ਰਿਹਾ ਹੁੰਦਾ ਵਾ, ਉਸ ਦੌਰਾਨੀਏ 'ਚ ਨਾ ਉਹਨਾਂ ਤੁਹਾਨੂੰ ਕੰਮ ਅਲਾਓ ਕੀਤਾ ਹੁੰਦਾ, ਲੇਕਿਨ ਜ਼ਿਆਦਾ ਨਹੀਂ, ਥੋੜ੍ਹਾ ਬਹੁਤਾ। ਉਸ ਟਾਈਮ ਜਿਹੜੀ ਕੰਮ ਦੀ ਪਰਮਿਸ਼ਨ ਮਿਲੀ ਹੁੰਦੀ ਹੈ ਨਾ, ਉਹਨੂੰ ਇਹ ਸਿਸਟਮ 'ਚ ਕਾਊਂਟ ਨਹੀਂ ਕੀਤਾ ਜਾਂਦਾ। ਜਿਹੜਾ ਸਹੀ ਤੁਹਾਡਾ ਦੌਰਾਨੀਆ ਨਾ, ਉਹ ਜਦੋਂ ਤੁਹਾਡੀ ਐਪਲੀਕੇਸ਼ਨ ਪਾਸ ਹੋ ਜਾਂਦੀ ਹੈ ਉਸ ਤੋਂ ਬਾਅਦ ਕਾਊਂਟ ਹੁੰਦਾ ਵਾ। ਜਦੋਂ ਤੁਹਾਡੀ ਅਜ਼ੀਲ ਪਾਸ ਹੋ ਜਾਂਦੀ ਆ, ਜਦੋਂ ਤੁਸੀਂ ਨਾਰਮਲ ਰਹਿਣ ਲੱਗ ਪੈਂਦੇ ਉੱਥੋਂ ਸਹੀ ਦੌਰਾਨੀਆ ਤੁਹਾਡਾ ਸ਼ੁਰੂ ਹੁੰਦਾ। ਜਦੋਂ ਤੁਹਾਡੀ ਅਜ਼ੀਲ ਪਾਸ ਹੋ ਜਾਵੇ ਤੁਸੀਂ ਉਸ ਤੋਂ ਬਾਅਦ ਫੌਰੀ ਤੌਰ 'ਤੇ ਫੁੱਲ ਟਾਈਮ ਜੌਬ ਕਰੋ ਅਤੇ ਨਾਲ ਹੀ ਆਪਣਾ ਜਰਮਨ ਲੈਂਗੁਏਜ ਦਾ ਕੋਰਸ ਸਪੀਡ ਦੇ ਨਾਲ ਕਰ ਲਓ ਤਾਂ ਕਿ ਤੁਹਾਡੇ ਜਿਹੜਾ ਨਾ ਨੈਸ਼ਨੈਲਿਟੀ ਦਾ ਜਿਹੜਾ ਕ੍ਰਾਈਟੇਰੀਆ ਉਹ ਜਲਦੀ ਜਲਦੀ ਪੂਰਾ ਹੋ ਜਾਏ। ਹਾਂਜੀ, ਉਸ ਤੋਂ ਬਾਅਦ ਹੈ ਜੀ ਸਟੂਡੈਂਟ। ਅਗਰ ਸਟੂਡੈਂਟ ਨੇ 5 ਸਾਲ ਪੜ੍ਹਾਈ ਕੀਤੀ ਆ ਜਾਂ 4 ਸਾਲ ਪੜ੍ਹਾਈ ਕੀਤੀ ਆ ਅਤੇ ਸਟੂਡੈਂਟ ਲਾਈਫ ਦੇ ਦੌਰਾਨੀਏ ਦੇ ਵਿੱਚ ਜਿਹੜਾ ਤੁਸੀਂ 80 ਘੰਟੇ ਕੰਮ ਕੀਤਾ ਨਾ, ਉਹ ਤੁਹਾਡਾ ਹਾਫ ਕਾਊਂਟ ਹੋਣਾ ਵਾ, ਫੁੱਲ ਨਹੀਂ ਕਾਊਂਟ ਹੋਣਾ। ਅਤੇ ਲਿਹਾਜ਼ਾ ਹਾਫ ਉਹ ਕੰਮ ਕਾਊਂਟ ਹੋਊਗਾ। ਉਸ ਤੋਂ ਬਾਅਦ ਤੁਸੀਂ ਅਗਰ ਕੋਈ ਫੁੱਲ ਟਾਈਮ ਜੌਬ ਕੀਤੀ ਆ, ਯਾਨੀ ਕਿ ਤੁਹਾਡਾ ਜੌਬ ਸੀਕਿੰਗ ਵੀਜ਼ਾ ਸੀਗਾ, ਉਹਦੇ 'ਚ ਵੀ ਤੁਸੀਂ ਫੁੱਲ ਟਾਈਮ ਜੌਬ ਕੀਤੀ ਜਾਂ ਉਸ ਤੋਂ ਬਾਅਦ ਵੀ ਤੁਸੀਂ ਫੁੱਲ ਟਾਈਮ ਜੌਬ ਕੀਤੀ ਆਪਣੀ ਹੀ ਫੀਲਡ ਦੀ, ਉਹ ਦੌਰਾਨੀਆ ਸਹੀ ਕਾਊਂਟ ਹੋਣਾ ਜਿਹੜਾ ਫੁੱਲ ਟਾਈਮ ਤੁਸੀਂ ਜੌਬ ਕੀਤੀ ਹੈ। ਸਟੂਡੈਂਟ ਕੋਸ਼ਿਸ਼ ਕਰਨ ਜਦੋਂ ਉਹਨਾਂ ਦੀ ਸਟੱਡੀ ਕੰਪਲੀਟ ਹੋਵੇ, ਜਦੋਂ ਉਹਨਾਂ ਨੂੰ ਜੌਬ ਸਰਚ ਵੀਜ਼ਾ ਲੱਭੇ, ਫੌਰੀ ਤੌਰ 'ਤੇ ਆਪਣੀ ਹੀ ਫੀਲਡ ਦੀ ਨੌਕਰੀ ਸਰਚ ਕਰਨ, ਕਿਉਂਕਿ ਤੁਹਾਨੂੰ ਆਪਣੀ ਫੀਲਡ ਦੀ ਜਦੋਂ ਨੌਕਰੀ ਲੱਭ ਜੂਗੀ ਤਾਂ ਤੁਹਾਡੀ ਨੈਸ਼ਨੈਲਿਟੀ ਬੜੀ ਸਪੀਡ ਨਾਲ ਤੁਹਾਨੂੰ ਮਿਲੂਗੀ। ਅਤੇ ਸਟੂਡੈਂਟ ਇਸ ਤੋਂ ਇਲਾਵਾ ਇਹ ਵੀ ਕੰਮ ਕਰਨ ਕਿ ਜਦੋਂ ਉਹਨਾਂ ਦਾ ਸਟੂਡੈਂਟ ਲਾਈਫ ਚੱਲ ਰਹੀ ਹੁੰਦੀ ਹੈ, ਆਪਣੀ ਸਟੱਡੀ ਦੇ ਨਾਲ ਨਾਲ ਆਪਣੀ ਜਰਮਨ ਲੈਂਗੁਏਜ ਇੰਪਰੂਵ ਕਰਦਿਆਂ B1 ਤੱਕ ਐਟਲੀਸਟ ਕਰ ਜਾਣ। ਅੱਛਾ ਜੀ, ਤੁਸੀਂ ਮੇਰੇ ਕੋਲ ਸਵਾਲ ਪੁੱਛਿਆ ਸੀਗਾ ਕਿ ਜਰਮਨ ਨੈਸ਼ਨੈਲਿਟੀ ਦੀ ਐਪਲੀਕੇਸ਼ਨ ਪੁੱਟ ਕਰਨ ਤੋਂ ਬਾਅਦ ਕਿੰਨੀ ਦੇਰ ਬਾਅਦ ਪਾਸਪੋਰਟ ਮਿਲ ਜਾਂਦਾ ਵਾ। 6 ਮਹੀਨੇ ਤੋਂ ਲੈ ਕੇ 12 ਮਹੀਨੇ ਤੱਕ ਜਿਹੜਾ ਅਫੀਸ਼ੀਅਲ ਡਿਊਰੇਸ਼ਨ ਜਿਹਦੇ 'ਚ ਤੁਹਾਨੂੰ ਪਾਸਪੋਰਟ ਮਿਲਣਾ ਚਾਹੀਦਾ। ਲੇਕਿਨ ਅੱਜ ਕੱਲ੍ਹ ਜਦੋਂ ਦਾ ਡੁਬਲ ਨੈਸ਼ਨੈਲਿਟੀ ਦਾ ਕਾਨੂੰਨ ਆ ਗਿਆ 27 ਜੂਨ 2024 ਤੋਂ ਬਾਅਦ, ਹਰ ਆਫਿਸ ਦੇ ਵਿੱਚ ਰਸ਼ ਬਹੁਤ ਲੱਗਾ ਹੋਇਆ, ਜਿਹਦੀ ਵਜ੍ਹਾ ਤੋਂ 12 ਮਹੀਨੇ ਦਾ ਜਿਹੜਾ ਦੌਰਾਨੀਆ ਉਹ 2 ਸਾਲ ਤੱਕ ਜਾ ਚੁੱਕਿਆ ਵਾ। ਅਤੇ ਫਿਰ ਵੀ ਇਹ ਸਟੇਟ ਟੂ ਸਟੇਟ ਵੈਰੀ ਕਰਦਾ ਵਾ। ਕੁਛ ਲੋਕਾਂ ਨੂੰ 2 ਸਾਲ ਬਾਅਦ ਮਿਲੀ ਜਾ ਰਹੀ ਨੈਸ਼ਨੈਲਿਟੀ, ਕੁਛ ਲੋਕਾਂ ਨੂੰ ਸਾਲ ਬਾਅਦ ਵੀ ਮਿਲੀ ਜਾ ਰਹੀ ਹੈ, ਅਤੇ 6 ਮਹੀਨੇ ਵਾਲੇ ਲੋਕ ਵੀ ਹੈਗੇ ਆ। ਅਤੇ ਲਿਹਾਜ਼ਾ ਤੁਸੀਂ ਇਹਦੇ ਲਈ ਪਰੇਸ਼ਾਨ ਨਾ ਹੋਵੋ। ਆਫਿਸ ਦੇ ਵਿੱਚ ਈਮੇਲ ਕਰ ਕਰਕੇ ਉਹਨਾਂ ਨੂੰ ਪਰੇਸ਼ਾਨ ਨਾ ਕਰੋ, ਥੋੜ੍ਹਾ ਜਿਹਾ ਰਿਲੈਕਸ ਰਹੋ, ਤੁਹਾਡੀ ਐਪਲੀਕੇਸ਼ਨ ਦਾ ਟਾਈਮ ਜ਼ਰੂਰ ਆਊਗਾ। ਇਹਦੇ 'ਚ ਤੁਸੀਂ ਇਹ ਕਰੋ ਕਿ ਜਦੋਂ ਤੁਸੀਂ ਐਪਲੀਕੇਸ਼ਨ ਪੁੱਟ ਕਰਦੇ ਨਾ, ਅਤੇ ਆਪਣਾ ਕੇਸ ਨੂੰ ਸਟਰੋਂਗ ਕਰਨ ਲਈ ਜਿਹੜੀਆਂ ਚੀਜ਼ਾਂ ਉਹਨਾਂ ਨੇ ਪੁੱਛੀਆਂ, ਹਰ ਇੱਕ ਚੀਜ਼ ਇੱਕ ਸੀਕੁਐਂਸ ਦੇ ਨਾਲ ਔਰ ਤਸੱਲੀ ਬਖਸ਼ ਅੰਦਾਜ਼ ਦੇ ਨਾਲ ਤੁਸੀਂ ਲਾਓ। ਸਾਰੇ ਡਾਕੂਮੈਂਟ ਵੀ ਤੁਸੀਂ ਅਟੈਚ ਕੀਤੇ ਹੋਣ, ਜਸਟ ਉਹ ਤੁਹਾਡਾ ਓਪਨ ਐਂਡ ਸ਼ਟ ਕੇਸ ਹੋਵੇ। ਜਰਮਨ ਨੈਸ਼ਨੈਲਿਟੀ ਲੈਣ ਲਈ ਜਿਹੜਾ ਬੇਸਿਕ ਕਾਨੂੰਨ ਆ ਨਾ, ਉਹ ਇਹੀ ਹੈ ਕਿ ਤੁਸੀਂ ਸਿਸਟਮ ਦੇ ਵਿੱਚ 60 ਮਹੀਨੇ ਕੰਮ ਕੀਤਾ ਹੋਵੇ, ਯਾਨੀ ਕਿ 5 ਸਾਲ ਲਗਾਤਾਰ ਕੰਮ ਕੀਤਾ ਹੋਵੇ। ਉਹ ਡਜ਼ਨਟ ਮੈਟਰ ਤੁਹਾਡਾ ਕੰਮ ਪਾਰਟ ਟਾਈਮ ਆ ਜਾਂ ਫੁੱਲ ਟਾਈਮ ਆ, ਲੇਕਿਨ ਤੁਹਾਡੀ ਸੈਲਰੀ ਇੰਨੀ ਹੋਵੇ। ਅਗਰ ਤੁਸੀਂ ਸਿੰਗਲ ਬੰਦੇ ਰਹਿ ਰਹੇ ਹੋ ਤਾਂ ਤੁਸੀਂ ਆਪਣੇ ਆਪ ਨੂੰ ਸਪੋਰਟ ਕਰ ਲਓ। ਤੁਸੀਂ ਗੌਰਮੈਂਟ ਕੋਲ ਲੈ ਕੇ ਨਾ ਖਾ ਰਹੇ ਹੋ, ਆਪਣਾ ਖਰਚਾ ਖੁਦ ਚਲਾ ਰਹੇ ਹੋ, ਸਰਕਾਰ ਦੇ ਉੱਤੇ ਤੁਸੀਂ ਬੋਝ ਨਾ ਬਣੇ ਹੋਏ ਹੋ। ਤੁਸੀਂ ਲਿਹਾਜ਼ਾ ਸਿਸਟਮ ਦੇ ਵਿੱਚ ਰਹਿ ਕੇ ਲੀਗਲ ਕੰਮ ਕਰੋ, ਤੁਹਾਡਾ ਜਿਹੜਾ ਨਾ ਸਟੇ ਲੀਗਲ ਹੋਵੇ, ਇਨਕਮ ਇੰਨੀ ਕੁ ਹੋਵੇ। ਅਗਰ ਤੁਸੀਂ ਸਿੰਗਲ ਬੰਦਾ ਰਹਿ ਰਹੇ ਹੋ ਤਾਂ ਤੁਸੀਂ ਆਪਣੇ ਆਪ ਨੂੰ ਸਪੋਰਟ ਕਰ ਸਕੋ। ਅਗਰ ਤੁਸੀਂ ਪੂਰੀ ਫੈਮਿਲੀ ਰਹਿ ਰਹੇ ਹੋ ਤਾਂ ਤੁਸੀਂ ਪੂਰੀ ਫੈਮਿਲੀ ਨੂੰ ਸਪੋਰਟ ਕਰ ਸਕੋ। ਸਰਕਾਰ ਉੱਤੇ ਤੁਸੀਂ ਬੋਝ ਨਾ ਬਣੋ, ਫਿਰ ਤੁਹਾਨੂੰ ਨੈਸ਼ਨੈਲਿਟੀ ਲੈਣ ਤੋਂ ਕੋਈ ਰੋਕ ਨਹੀਂ ਸਕਦਾ। ਅਗਰ ਤੁਹਾਡੇ ਕੋਲ B1 ਲੈਂਗੁਏਜ ਸਰਟੀਫਿਕੇਟ ਵੀ ਹੈਗਾ ਵਾ, ਜਿਹੜੇ ਡਾਕੂਮੈਂਟ ਤੁਹਾਨੂੰ ਉਸ ਤੋਂ ਪਹਿਲੇ ਮੈਂ ਦੱਸੇ ਸਾਰੇ ਪੂਰੇ ਆ, ਅਤੇ ਤੁਹਾਡਾ ਨੈਸ਼ਨੈਲਿਟੀ ਦਾ ਪ੍ਰੋਸੈਸ ਬਿਲਕੁਲ ਸਿੱਧਾ ਵਾ। ਤੁਸੀਂ ਡਾਕੂਮੈਂਟ ਦਿਓਗੇ ਤਾਂ ਤੁਹਾਨੂੰ ਕੁਛ ਟਾਈਮ ਤੋਂ ਬਾਅਦ ਨੈਸ਼ਨੈਲਿਟੀ ਮਿਲ ਜਾਊਗੀ। ਅਗਰ ਤੁਹਾਡੇ ਕੋਲ ਪਰਮਾਨੈਂਟ ਰੈਜ਼ੀਡੈਂਸੀ ਯਾਨੀ ਕਿ ਨਿਡਰਲਾਸੁੰਗਾ ਯਾਨੀ ਕਿ PR ਆ, ਅਤੇ ਫਿਰ ਤੁਹਾਡਾ ਜਿਹੜਾ ਜਰਮਨ ਨੈਸ਼ਨੈਲਿਟੀ ਦਾ ਪ੍ਰੋਸੈਸ ਹੋਰ ਆਸਾਨ ਹੋ ਜਾਂਦਾ, ਕਿਉਂਕਿ ਤੁਸੀਂ ਜ਼ਿਆਦਾਤਰ ਰਿਕੁਆਇਰਮੈਂਟਾਂ ਤਾਂ ਪਹਿਲੇ ਪੂਰੀਆਂ ਕਰ ਚੁੱਕੇ ਹੁੰਦੇ ਆ। ਜਿਹੜੀ ਜਰਮਨ ਨੈਸ਼ਨੈਲਿਟੀ ਆ ਉਹ ਨਿਡਰਲਾਸੁੰਗ ਦੀ ਯਾਨੀ ਕਿ ਪਰਮਾਨੈਂਟ ਰੈਜ਼ੀਡੈਂਸੀ ਦੀ ਤਕਰੀਬਨ ਮਿਰਰ ਇਮੇਜ ਹੀ ਆ। ਇਹ ਸਿੱਧਾ ਜਿਹਾ ਕੰਮ ਆ ਕਿ ਤੁਸੀਂ ਐਪਲੀਕੇਸ਼ਨ ਫਾਰਮ ਹਾਸਲ ਕਰੋ, ਨਾਲ ਡਾਕੂਮੈਂਟ ਉਹਦੇ ਨਾਲ ਅਟੈਚ ਕਰੋ ਅਤੇ ਉਹਨੂੰ ਰਾਤ ਹਾਊਸ ਦੇ ਵਿੱਚ ਜਾ ਕੇ ਜਮ੍ਹਾਂ ਕਰਾਓ, ਅਤੇ ਨੈਸ਼ਨੈਲਿਟੀ ਤੁਹਾਨੂੰ ਕੁਛ ਦੇਰ ਤੋਂ ਬਾਅਦ ਆਟੋਮੈਟਿਕਲੀ ਮਿਲ ਜਾਊਗੀ। ਅਤੇ ਇਹਦੇ ਵਾਸਤੇ ਤੁਹਾਨੂੰ ਕੋਈ ਖੱਪਣ ਦੀ ਲੋੜ ਨਹੀਂ ਹੈਗੀ। ਅਤੇ ਮੇਰਾ ਖਿਆਲ ਵਾ ਤੁਹਾਨੂੰ ਬਹੁਤ ਸਾਰੀ ਗੱਲਾਂ ਦੀ ਸਮਝ ਆ ਗਈ ਹੋਊਗੀ। ਅਤੇ ਮੈਨੂੰ ਤੁਸੀਂ ਆਪਣੀਆਂ ਦੁਆਵਾਂ 'ਚ ਯਾਦ ਰੱਖਿਓ ਅਤੇ ਆਪਣੀਆਂ ਨੈਸ਼ਨੈਲਿਟੀਆਂ ਨੂੰ ਪੁੱਟ ਕਰੋ।